ਸਰਦੀਆਂ ਦੇ ਵਿੱਚ ਹਰ ਘਰ 'ਚ ਪਕਾਇਆ ਜਾਂਦਾ ਹੈ ਪੰਜਾਬ ਦਾ ਮਸ਼ਹੂਰ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ। ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਸਰਸੋਂ ਦਾ ਸਾਗ ਸਿਰਫ ਪੱਤਾ ਨਾਲ ਨਹੀਂ ਬਣਦਾ, ਇਹਦੇ ਅੰਦਰ ਪੈਂਦੀਆਂ ਨੇ ਗੰਦਲਾਂ। ਜਦ ਤੱਕ ਗੰਦਲਾਂ ਸਾਗ ਦੇ ਅੰਦਰ ਨਾ ਪੈਣ ਤੇ ਸਾਗ ਦਾ ਸਵਾਦ ਹੀ ਨਹੀਂ ਆਉਂਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਮੇਰੀ ਪਿਆਰੀ YouTube ਫੈਮਿਲੀ। ਉਮੀਦ ਹੈ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ ਤੇ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਆਪਣੀ ਅਮਾਨ 'ਚ ਰੱਖੇ। ਆਮੀਨ ਸੁੰਮਾ ਆਮੀਨ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਸਾਗ ਨੂੰ ਮੇਰੀ ਅੰਮੀ ਤੇ ਦਾਦੀ ਕਿਸ ਤਰ੍ਹਾਂ ਬਣਾਉਂਦੇ ਸਨ ਤੇ ਇਹਨਾਂ ਦੀ ਗੰਦਲਾਂ ਕਿਸ ਤਰ੍ਹਾਂ ਸਵਾਰਦੇ ਸਨ ਤੇ ਸਾਗ ਜਿਹੜਾ ਬਹੁਤ ਹੀ ਮਜ਼ੇਦਾਰ ਬਣਦਾ ਸੀ। ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿ 10-20 ਕਿਲੋ ਸਾਗ ਨੂੰ ਅਸੀਂ ਕਿੰਝ ਫਟਾਫਟ ਕੱਟ ਸਕਦੇ ਹਾਂ ਕਿ ਬਿਲਕੁਲ ਵੀ ਟਾਈਮ ਨਹੀਂ ਲੱਗਦਾ। ਨਾਲੇ ਮੈਂ ਦੱਸਾਂਗੀ ਕਿ ਸਾਗ ਨੂੰ ਅਸੀਂ ਕਿਸ ਤਰ੍ਹਾਂ ਧੋਵਾਂਗੇ ਕਿ ਸਾਡੇ ਜਿਹੜੇ ਹੱਥ ਹੈ ਉਹ ਗਿੱਲੇ ਵੀ ਨਹੀਂ ਹੋਣਗੇ ਤੇ ਸਾਗ ਦੇ ਅੰਦਰੋਂ ਰੇਤ ਵੀ ਸਾਰਾ ਨਿਕਲ ਜਾਏਗਾ। ਅੱਜ ਤੁਸੀਂ ਮੇਰੇ ਨਾਲ ਰਹਿਣਾ ਤੇ ਪੂਰੀ ਵੀਡੀਓ ਦੇਖਣੀ ਹੈ, ਤਦੇ ਤੁਹਾਨੂੰ ਪਤਾ ਚੱਲੇਗਾ ਕਿ ਮੈਂ ਕਿਹੜੇ ਟਿਪਸ ਐਂਡ ਟ੍ਰਿਕ ਇਸਤੇਮਾਲ ਕੀਤੇ ਸੀ ਕਿ ਬਹੁਤ ਹੀ ਜ਼ਿਆਦਾ ਟਾਈਮ ਦੀ ਹੋਈ ਸੀ ਬਚਤ। ਚਲੇ ਆਈਏ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਟਿਪਸ ਐਂਡ ਟ੍ਰਿਕ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਸਾਗ ਮੇਰੇ ਕੋਲ 10 ਤੇ 15 ਕਿਲੋ ਦਾ ਸਾਗ ਹੈ, ਜਿਨ੍ਹਾਂ ਨੂੰ ਅਸੀਂ ਬਣਾਵਾਂਗੇ ਤੇ ਸਵਾਰਾਂਗੇ, ਨਾਲ ਇਹਨਾਂ ਦੀ ਗੰਦਲਾਂ ਵੀ ਸਾਫ਼ ਕਰਾਂਗੇ। ਇਹ ਦੇਖੋ, ਇਹ ਮੈਂ ਇੱਕ ਗੰਦਲ ਲਈ ਹੈ, ਮੋਟੀ ਸਾਰੀ ਗੰਦਲ ਹੈ। ਇਹ ਸਾਗ ਦੀ ਜਾਨ ਹੈ। ਇਹਦੇ ਨਾਲ ਜਿਹੜੀ ਛੋਟੀ ਛੋਟੀ ਟਹਿਣੀਆਂ ਅਸੀਂ ਇਹਨਾਂ ਨੂੰ ਤੋੜ ਦਾਂਗੇ। ਇਹਨਾਂ ਨੂੰ ਅਸੀਂ ਸੁੱਟਾਂਗੇ ਨਹੀਂ, ਇਹਨਾਂ ਦੇ ਜਿਹੜੇ ਡੰਠਲ ਹੈ ਉਹ ਅਸੀਂ ਦੂਰ ਕਰ ਦਾਂਗੇ, ਲੇਕਿਨ ਪੱਤਿਆਂ ਦਾ ਇਸਤੇਮਾਲ ਕਰਾਂਗੇ। ਇਹ ਦੇਖਿਏ ਪੂਰੀ ਗੰਦਲ ਹੈ, ਇਹਦੇ ਨਾਲ ਜਿਹੜਾ ਨੀਚਾ ਲੱਗਿਆ ਹੋਇਆ ਸਾਰੀ ਗੰਦਲ ਹੈ ਤੇ ਲੇਕਿਨ ਇਹਨੂੰ ਸਾਫ਼ ਵੀ ਕਰਨੀ। ਇਹਦੇ ਉੱਤੇ ਜਿਹੜਾ ਛਿਲਕਾ ਹੈ ਉਹ ਅਸੀਂ ਲਾਵਾਂਗੇ। ਪਹਿਲੇ ਜਿਹੜਾ ਸਭ ਤੋਂ ਪਹਿਲੇ ਅਸੀਂ ਇਹਨੂੰ ਥੋੜ੍ਹੀ ਜਿਹੀ ਤੋੜਾਂਗੇ। ਅਗਰ ਇਹ ਪੱਕੀ ਹੋਈ ਤੇ ਫਟਾਫਟ ਟੁੱਟ ਜਾਏਗੀ ਤੇ ਇਹ ਗੰਦਲ ਹੈ। ਫਿਰ ਅਸੀਂ ਇਹਨੂੰ ਐਸਤਾ ਇੰਜ ਕਰਕੇ ਛਿੱਲਾਂਗੇ। ਚਾਹੇ ਤੇ ਤੁਸੀਂ ਛੁਰੀ ਨਾਲ ਛਿੱਲੋ ਜਾਂ ਹੱਥ ਨਾਲ ਛਿੱਲੋ, ਬੜੀ ਆਸਾਨੀ ਨਾਲ ਛਿੱਲ ਜਾਂਦੀ। ਜਦ ਤੱਕ ਇਹ ਨਹੀਂ ਛਿੱਲਾਂਗੇ ਤੇ ਸਾਗ ਜਿਹੜਾ ਸਵਾਦ ਦਾ ਨਹੀਂ ਬਣਨਾ। ਅਗਰ ਅਸੀਂ ਇਹਦੇ ਨਾਲ ਅਸੀਂ ਸਾਗ ਨੂੰ ਕੱਟ ਲਾਂਗੇ ਤੇ ਸਾਗ ਜਦੋਂ ਅਸੀਂ ਗ੍ਰਾਈਂਡ ਕਰਾਂਗੇ ਜਾਂ ਫਿਰ ਇਹਨੂੰ ਅਸੀਂ ਘੋਟਾਂਗੇ ਤੇ ਇਹਦੇ ਅੰਦਰ ਜਿਹੜੇ ਛਿਲਕੇ ਨੇ ਉਹ ਸਾਰੇ ਆਉਣਗੇ ਤੇ ਸਾਗ ਨੂੰ ਖਰਾਬ ਕਰਨਗੇ। ਇਸੇ ਤਰੀਕੇ ਨਾਲ ਅਸੀਂ ਸਾਰੀ ਗੰਦਲਾਂ ਜਿਹੜੀਆਂ ਬਣਾ ਲੈਣੀਆਂ। ਮੈਂ ਤੁਹਾਨੂੰ ਫਿਰ ਦੱਸਦੀ ਹਾਂ ਕਿ ਜਿਹੜੀ ਇਹ ਦੇਖੋ, ਇਹ ਗੰਦਲ ਲਈ ਹੈ, ਮੋਟੀ ਸਾਰੀ ਗੰਦਲ ਹੈ ਤੇ ਇਹ ਸਹੀ ਗੰਦਲ ਹੈ ਤੇ ਇਹਦੀ ਜਿਹੜੀਆਂ ਛੋਟੀਆਂ ਛੋਟੀਆਂ ਟਹਿਣੀਆਂ ਨਾਲ ਦੀ ਉਤਾਰ ਦਾਂਗੇ। ਜਿਹੜੇ ਨੀਚੇ ਦੇ 3 ਪੱਤੇ ਹੁੰਦੇ ਉਹ ਦਰਮਿਆਨ ਦੇ ਅਸੀਂ ਰੱਖ ਲਾਂਗੇ। ਇਸੇ ਤਰ੍ਹਾਂ ਅਸੀਂ ਸਾਰੀ ਟਹਿਣੀਆਂ ਜਿਹੜੀਆਂ ਨਾ ਤੋੜਦੇ ਰਵਾਂਗੇ ਤੇ ਜਿਹੜੀ ਗੰਦਲਾਂ ਉਹਨੂੰ ਰੱਖ ਲਾਂਗੇ ਤੇ ਬਾਅਦ 'ਚ ਇਹਨੂੰ ਛਿੱਲਾਂਗੇ। ਇੱਕਦਮ ਤੇ ਅਸੀਂ ਇਹਨੂੰ ਨਹੀਂ ਛਿੱਲ ਸਕਦੇ, ਪਹਿਲੇ ਅਸੀਂ ਸਾਗ ਨੂੰ ਸਵਾਰਾਂਗੇ, ਗੰਦਲਾਂ ਅਲੱਗਾ ਕਰਦੇ ਰਵਾਂਗੇ, ਜਿਹੜੀਆਂ ਇਹਦੀਆਂ ਟਹਿਣੀਆਂ ਉਹ ਅਸੀਂ ਅਲੱਗ ਕਰਦੇ ਰਵਾਂਗੇ। ਇਹ ਦੇਖੋ, ਇਸੇ ਤਰ੍ਹਾਂ ਦੇ ਸਾਗ ਨੂੰ ਬਣਾਉਣ ਦਾ ਤਰੀਕਾ। ਤੇ ਪਹਿਲੇ ਤੁਸੀਂ ਇੱਕ ਗੰਦਲ ਚੁੱਕੋ, ਅਗਰ ਉਹ ਗੰਦਲ ਹੈਗੀ ਤੋੜ ਕੇ ਵੇਖੋ ਤੇ ਉਹਨੂੰ ਇਰਦ ਗਿਰਦ ਦੀ ਜਿਹੜੀਆਂ ਟਹਿਣੀਆਂ ਉਹਨੂੰ ਤੋੜ ਲਾਂਗੇ ਤੇ ਜਿਹੜੀ ਮੋਟੀ ਜਿਹੀ ਗੰਦਲ ਹੈ ਉਹਨੂੰ ਸਾਈਡ 'ਤੇ ਰੱਖ ਲਾਂਗੇ। ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਕੱਟਾਂਗੇ। ਅਸੀਂ ਜਿਹੜੀ ਰਹਿੰਦੇ ਨੇ ਜੁਆਇੰਟ ਫੈਮਿਲੀ 'ਚ ਤੇ ਮਾਸ਼ਾਅੱਲਾ ਸਾਡੀ ਕਾਫੀ ਵੱਡੀ ਜੁਆਇੰਟ ਫੈਮਿਲੀ ਹੈ। ਜਦੋਂ ਵੀ ਸਾਗ ਜਾਂ ਕੜੀ ਬਣਾਉਣੀ ਹੁੰਦੀ, ਮਿਲ ਕੇ ਬਣਾਈ ਦੀ ਹੁੰਦੀ ਤੇ ਸਾਗ ਅਸੀਂ ਬਣਾਉਂਦੇ ਹਾਂ ਧੁੱਪ ਦੇ ਵਿੱਚ ਬਹਿ ਕੇ ਤੇ ਬਹੁਤ ਹੀ ਮਜ਼ਾ ਆਉਂਦਾ। ਸਾਰੇ ਬੱਚੇ ਵੀ ਨਾਲ ਲੱਗ ਜਾਂਦੇ ਨੇ ਤੇ ਉਹ ਟਹਿਣੀਆਂ ਉਹਨਾਂ ਨੂੰ ਵੀ ਪਤਾ ਤੇ ਕਿਸ ਤਰ੍ਹਾਂ ਕੱਟੀਆਂ ਦੇ ਨੇ। ਜਦੋਂ ਮੇਰੀ ਸ਼ਾਦੀ ਨਹੀਂ ਹੋਈ ਸੀ, ਮੇਰੀ ਅੰਮੀ ਵਗੈਰਾ ਬਣਾਉਂਦੇ ਹੁੰਦੇ ਸੀ ਤੇ ਤੁਸੀਂ ਯਕੀਨ ਕਰੋ ਅਸੀਂ ਨਾਲ ਬਿਲਕੁਲ ਵੀ ਨਹੀਂ ਸੀ ਲੱਗਦੇ। ਸਾਡੀ ਅੰਮੀ ਆਪ ਹੀ ਬਣਾਉਂਦੇ ਸੀ ਤੇ ਬੋਲਦੇ ਵੀ ਸੀ ਤੇ ਸਾਗ ਸਾਡੇ ਨਾਲ ਬਣਾਓ। ਲੇਕਿਨ ਅਸੀਂ ਸਕੂਲ ਜਾਂਦੇ ਸੀ, ਜ਼ਾਹਿਰ ਅਸੀਂ ਪੜ੍ਹਦੇ ਸੀ, ਸਿਰਫ ਵੇਖਦੇ ਸੀ। ਵੇਖ ਵੇਖ ਕੇ ਜਿਹੜਾ ਸਾਨੂੰ ਆ ਗਿਆ ਸੀ ਕਿ ਅਸੀਂ ਸਾਗ ਨੂੰ ਕਿਸ ਤਰ੍ਹਾਂ ਬਣਾਈਦਾ। ਤੇ ਜੁਆਇੰਟ ਫੈਮਿਲੀ 'ਚ ਬੜੇ ਫਾਇਦੇ ਹੁੰਦੇ ਨੇ, ਸਾਰੇ ਮਿਲ ਜੁਲ ਕੇ ਕੰਮ ਕਰਦੇ ਨੇ। ਜਦੋਂ ਅਸੀਂ ਬਾਹਰ ਜਾਂਦੇ ਹਾਂ, ਬੱਚਾ ਕੋਈ ਬਿਮਾਰ ਵਗੈਰਾ ਹੋਵੇ, ਦੂਸਰੇ ਬੱਚੇ ਹੁੰਦੇ, ਜਿਹੜੀਆਂ ਚਾਚੀਆਂ ਤਾਈਆਂ ਹੁੰਦੀਆਂ ਉਹ ਬੱਚਿਆਂ ਨੂੰ ਵੀ ਰੱਖ ਲੈਂਦੀਆਂ ਨੇ ਤੇ ਘਰ ਦਾ ਕੰਮ ਵੀ ਕਰਦੀਆਂ। ਤੇ ਇਸੇ ਤਰ੍ਹਾਂ ਇਹਦੇ ਨੁਕਸਾਨ ਵੀ ਹੈ, ਲੇਕਿਨ ਮੇਰੇ ਖਿਆਲ 'ਚ ਫਾਇਦੇ ਜਿਹੜੇ ਨੇ ਬਹੁਤ ਜ਼ਿਆਦਾ ਨੇ। ਇਹ ਦੇਖੋ, ਇਸੇ ਤਰ੍ਹਾਂ ਅਸੀਂ ਸਾਰੀ ਗੰਦਲਾਂ ਮੈਂ ਬਣਾ ਲਈਆਂ, ਰੱਖ ਲਿੱਤੀਆਂ ਪਲੇਟ ਦੇ ਅੰਦਰ ਤੇ ਬਾਅਦ ਵਿੱਚ ਅਸੀਂ ਇਹਨੂੰ ਸਵਾਰ ਲਾਂਗੇ। ਇਸੇ ਤਰ੍ਹਾਂ ਸੇ ਹੁਣ ਮੈਂ ਇੱਕ ਇੱਕ ਗੰਦਲ ਚੁੱਕਾਂਗੀ ਤੇ ਇਹਨੂੰ ਛਿੱਲਦੀ ਰਵਾਂਗੀ। ਇਹਨੂੰ ਸਾਫ਼ ਸੁਥਰੀ ਮੈਂ ਜਿਹੜੀ ਹੈ ਨਾ ਇਹਨੂੰ ਕਰ ਲੈਣੀ ਹੈ। ਤੇ ਇਸੇ ਤਰ੍ਹਾਂ ਅਸੀਂ ਸਾਰਾ ਸਾਗ ਬਣਾ ਲਾਂਗੇ ਤੇ ਫਿਰ ਨਾਲ ਹੀ ਇਹਨੂੰ ਕੱਟਾਂਗੇ ਵੀ। ਇਹ ਦੇਖੋ, ਸਾਰੀ ਮੈਂ ਗੰਦਲਾਂ ਜਿਹੜੀਆਂ ਮੈਂ ਸਵਾਰ ਲਿੱਤੀਆਂ ਨੇ ਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹਦਾ ਅਸੀਂ ਇਹਨੂੰ ਕਿੰਝ ਕੱਟਾਂਗੇ। ਇਹ ਅਸੀਂ ਇਹਨੂੰ ਸਾਗ ਨੂੰ ਅਸੀਂ ਜਿਹੜੀ ਟਹਿਣੀਆਂ ਤੋੜੀਆਂ ਸੀ ਨਾ ਤੇ ਨਾਲ ਜਿਹੜੇ ਪੱਤੇ ਸੀਗੇ ਤੇ ਉਹ ਅਸੀਂ ਇਕੱਠੇ ਕਰ ਲਿੱਤੇ ਤੇ ਫਿਰ ਛੁਰੀ ਲੈ ਕੇ ਜਿਹੜਾ ਅਗਲਾ ਹਿੱਸਾ ਉਹਨੂੰ ਕੱਟ ਲਾਂਗੇ। ਇਹ ਬਾਰੀਕ ਗੰਦਲਾਂ ਨੇ, ਲੇਕਿਨ ਇਹਨੂੰ ਅਸੀਂ ਸਾਗ 'ਚ ਨਹੀਂ ਪਾਉਣੀਆਂ। ਇਹ ਅਸੀਂ ਇਹਨੂੰ ਅਲੱਗ ਕਰ ਦਾਂਗੇ ਤੇ ਇਹ ਜਿਹੜਾ ਹੁਣ ਮੈਂ ਇਹ ਮੁੱਠ ਜਿਹੀ ਬਣਾਈ ਹੈ ਤੇ ਇੱਕ ਰਬੜ ਲਵਾਂਗੀ, ਇਹਦੇ ਅੱਗੇ ਚਾੜ ਲਾਂਗੇ। ਇਹਨੂੰ ਅਸੀਂ ਕਰਕੇ ਇਹਨੂੰ ਰੱਖ ਲਾਂਗੇ, ਚਾੜ ਲਾਂਗੇ ਉੱਤੇ ਦੀ ਤੇ ਇੱਕ ਰਬੜ ਹੋਰ ਥੱਲੇ ਪਾਵਾਂਗੇ ਤਾਂ ਕਿ ਇਹ ਮਜ਼ਬੂਤ ਹੋ ਜਾਏ ਤੇ ਫਿਰ ਜਦੋਂ ਇਹਨੂੰ ਕੱਟੀਏ ਤੇ ਆਸਾਨੀ ਨਾਲ ਕੱਟੀ ਜਾਵੇ। ਕਿ ਇਹ ਬੜਾ ਆਸਾਨ ਤਰੀਕਾ ਹੈ। ਇਸ ਤਰ੍ਹਾਂ ਪਹਿਲੇ ਤੁਸੀਂ ਸਾਰੀ ਜਿਹੜੀਆਂ ਨਾ ਇਹਦੀਆਂ ਗੱਠੀਆਂ ਬਣਾ ਲਓ ਤੇ ਬਾਅਦ ਵਿੱਚ ਇਹਨੂੰ ਕੱਟੋ ਤੇ ਫਟਾਫਟ ਸਾਗ ਜਿਹੜਾ ਕੱਟਿਆ ਜਾਏਗਾ। ਇਹਨੂੰ ਬੱਚੇ ਵੀ ਕੱਟ ਸਕਦੇ ਨੇ ਕਿਉਂਕਿ ਹੱਥ 'ਤੇ ਵੀ ਜਿਹੜਾ ਨਾ ਲੱਗਣ ਦਾ ਡਰ ਨਹੀਂ ਹੁੰਦਾ ਤੇ ਸਾਗ ਵੀ ਜਿਹੜਾ ਮਿੰਟਾਂ 'ਚ ਕੱਟਿਆ ਜਾਂਦਾ ਤੇ ਟਾਈਮ ਦੀ ਵੀ ਬਹੁਤ ਹੀ ਜ਼ਿਆਦਾ ਬੱਚਤ ਹੋ ਜਾਂਦੀ ਹੈ।
ਮਾਸ਼ਾਅੱਲਾ ਸਾਡੀ ਕਾਫੀ ਵੱਡੀ ਫੈਮਿਲੀ ਤੇ ਅਸੀਂ ਮਿਲ ਜੁਲ ਕੇ ਹੀ ਇਹ ਕੰਮ ਕਰੀਦਾ ਤੇ ਬੱਚਿਆਂ ਨੂੰ ਵੀ ਰਲ ਕੇ ਸੰਭਾਲੀਦਾ। ਇੱਕ ਦੂਜੇ ਦੇ ਵਿੱਚ ਦੁੱਖ ਸੁੱਖ 'ਚ ਜਿਹੜਾ ਨਾ ਅਸੀਂ ਸਾਥ ਦਿੰਦੇ ਨੇ ਤੇ ਤੁਸੀਂ ਯਕੀਨ ਕਰੋ ਅਸੀਂ ਕੋਈ ਘਰ ਦੀ ਗੱਲ ਅਸੀਂ ਆਪਣੇ ਬੰਦਿਆਂ ਤੱਕ ਨਹੀਂ ਪਹੁੰਚਾਈ ਦੀ ਹੁੰਦੀ। ਤੇ ਤੁਸੀਂ ਮੰਨੋਗੇ ਨਹੀਂ ਕਿ ਸਾਡੀ ਆਪਸ 'ਚ ਕਦੀ ਵੀ ਜਿਹੜਾ ਨਾ ਲੜਾਈ ਝਗੜਾ ਨਹੀਂ ਹੋਇਆ। ਹਾਂ, ਮੇਰੀ ਇੱਕ ਭੈਣ ਮੇਰੀ ਦੇਵਰਾਨੀ ਆ, ਉਹਦੇ ਨਾਲ ਮੇਰੀ ਛੋਟੀ ਮੋਟੀ ਜਿਹੜੀ ਨਾ ਨੋਕ ਝੋਂਕ ਹੁੰਦੀ ਰਹਿੰਦੀ ਹੈ, ਲੇਕਿਨ ਜਿਹੜੀ ਮੇਰੀ ਦੂਜੀ ਦਰਾਣੀ ਆ ਉਹਨਾਂ ਨਾਲ ਮੇਰੀ ਕਦੀ ਵੀ ਨਹੀਂ। ਉਹ ਮੇਰੀ ਬੜੀ ਰਿਸਪੈਕਟ ਕਰਦੀਆਂ ਨੇ, ਮੇਰੀ ਇੱਜ਼ਤ ਕਰਦੀਆਂ ਨੇ ਤੇ ਅੱਲਾ ਦਾ ਸ਼ੁਕਰ ਹੈ ਤੇ ਅਸੀਂ ਬੜੇ ਖੁਸ਼ ਨੇ। ਸਾਨੂੰ ਤਕਰੀਬਨ 20-25 ਸਾਲ ਹੋ ਗਏ ਜਿਹੜੇ ਅਸੀਂ ਇਕੱਠੇ ਰਹਿ ਰਹੇ ਨੇ ਤੇ ਜ਼ਰਾ ਵੀ ਸਾਡੇ ਅੰਦਰ ਕੋਈ ਵੀ ਫ਼ਰਕ ਨਹੀਂ ਆਇਆ। ਬੱਚੇ ਤੇ ਸਾਰਿਆਂ ਦੇ ਵੱਡੇ ਨੇ, ਲੇਕਿਨ ਮੇਰਾ ਜਿਹੜਾ ਸਾਰਿਆਂ ਤੋਂ ਛੋਟਾ ਦੇਵਰ ਹੈ ਉਹਦੇ ਮਾਸ਼ਾਅੱਲਾ ਜਿਹੜੀਆਂ ਨਾ 5 ਕੁੜੀਆਂ ਛੋਟੀਆਂ ਤੇ ਇੱਕ ਮੇਰੀ ਭੈਣ ਦਾ ਮੁੰਡਾ ਛੋਟਾ ਹੈ। ਬਸ ਉਹ ਹੈ, ਲੇਕਿਨ ਉਹਨਾਂ 'ਚ ਲੜਾਈ ਝਗੜਾ ਨਹੀਂ ਹੁੰਦਾ, ਹਲਕੀ ਹਲਕੀ ਨੋਕ ਝੋਂਕ ਹੁੰਦੀ ਹੈ। ਉਹਨਾਂ ਦੀ ਨੋਕ ਝੋਂਕ 'ਚ ਮਾਵਾਂ ਦੀ ਲੜਾਈਆਂ ਤੇ ਬਿਲਕੁਲ ਵੀ ਨਹੀਂ ਹੁੰਦੀਆਂ। ਤੇ ਤੁਸੀਂ ਵੀ ਆਪਣੇ ਘਰ ਦੇ ਅੰਦਰ ਜਿਹੜਾ ਨਾ ਮਿਲ ਜੁਲ ਕੇ ਰਹੋ ਤੇ ਆਪਸ 'ਚ ਪਿਆਰ ਮੁਹੱਬਤ ਨਾਲ ਰਹੋ। ਛੋਟੀ ਛੋਟੀ ਗੱਲਾਂ ਨੂੰ ਨਜ਼ਰ ਅੰਦਾਜ਼ ਕਰੋ ਤੇ ਯਕੀਨ ਕਰੋ ਤੁਸੀਂ ਜਿਹੜਾ ਨਾ ਬੜੀ ਜਿਹੜੀ ਜੁਆਇੰਟ ਫੈਮਿਲੀ 'ਚ ਖੁਸ਼ਹਾਲ ਜ਼ਿੰਦਗੀ ਗੁਜ਼ਾਰੋਗੇ ਤੇ ਲੜਾਈ ਝਗੜਾ ਤੋਂ ਦੂਰ। ਇਹ ਛੋਟੀ ਛੋਟੀ ਗੱਲਾਂ ਹੁੰਦੀਆਂ ਨੇ, ਨਜ਼ਰ ਅੰਦਾਜ਼ ਅਗਰ ਤੁਸੀਂ ਕਰੋ ਨਾ ਤੇ ਕਿਸੇ ਦੀ ਗੱਲ ਆਪਣੇ ਉੱਤੇ ਹਾਵੀ ਨਾ ਕਰੋ, ਤੁਹਾਡੀ ਅੱਛੀ ਬੜੀ ਜ਼ਿੰਦਗੀ ਅੱਛੀ ਗੁਜ਼ਰੇਗੀ। ਇਹ ਦੇਖੋ ਸਾਰੀ ਜਿਹੜੀਆਂ ਨਾ ਮੈਂ ਗੰਢਾਂ ਬਣਾ ਲਿੱਤੀਆਂ ਸੀ ਰਬੜਾਂ ਚਾੜ ਕੇ ਤੇ ਹੁਣ ਇਹਨਾਂ ਨੂੰ ਮੈਂ ਕੱਟਾਂਗੀ ਕਿ ਬੜੀ ਈਜ਼ੀਲੀ ਜਿਹੜੀਆਂ ਨਾ ਇਹ ਕੱਟੀਆਂ ਜਾਂਦੀਆਂ ਨੇ। ਬਿਲਕੁਲ ਵੀ ਦੇਖੋ ਜ਼ਰਾ ਟਾਈਮ ਨਹੀਂ ਲੱਗੇਗਾ ਔਰ ਫਟਾਫਟ ਜਿਹੜੀਆਂ ਨਾ ਕੱਟੀਆਂ ਵੀ ਜਾਣਗੀਆਂ। ਛੁਰੀ ਲਵੋ ਤੇ ਅਗਰ ਤੁਸੀਂ ਮੋਟੀਆਂ ਕੱਟਣੀਆਂ ਮੋਟੀਆਂ ਕੱਟ ਲਓ, ਅਗਰ ਛੋਟੀਆਂ ਕੱਟਣੀਆਂ ਬਾਰੀਕ ਬਾਰੀਕ ਕੱਟਣੀਆਂ ਨੇ ਤੇ ਤੁਸੀਂ ਜਿਹੜਾ ਨਾ ਬਾਰੀਕ ਬਾਰੀਕ ਕੱਟ ਲਓ। ਇਸੇ ਤਰ੍ਹਾਂ ਜਿਹੜੇ ਨਾ ਮੈਂ ਸਾਰੀਆਂ ਕੱਟਦੀਆਂ ਰਵਾਂਗੀ ਤੇ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਵੀ ਕਰ ਰਹੀ ਹਾਂ ਜੁਆਇੰਟ ਫੈਮਿਲੀ। ਜੁਆਇੰਟ ਫੈਮਿਲੀ ਦੇ ਨੁਕਸਾਨ ਵੀ ਹੁੰਦੇ ਨੇ, ਲੇਕਿਨ ਫ਼ਾਇਦੇ ਮੇਰਾ ਖਿਆਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਹੁੰਦੇ ਨੇ। ਬੜਾ ਮਜ਼ਾ ਆਉਂਦਾ ਜਦੋਂ ਰਾਤ ਨੂੰ ਰੋਟੀ ਖਾ ਕੇ ਵਿਹੜੇ 'ਚ ਵਾਕ ਕਰੀਦੀ ਨਾ ਤੇ ਯਕੀਨ ਕਰੋ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਨਾਲ ਲੱਗ ਜਾਂਦੇ ਨੇ ਤੇ ਬੜਾ ਇੰਜੋਏ ਹੁੰਦਾ। ਇੱਕ ਬੱਚਾ ਖੇਡਦਾ ਤੇ ਵੱਡੇ ਵੀ ਨਾਲ ਖੇਲਣ ਲੱਗ ਜਾਂਦੇ ਨੇ। ਕੋਈ ਚੀਜ਼ ਖਾਓ, ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਵੀ ਕੋਲ ਆ ਜਾਂਦੇ ਨੇ ਕਿ ਅਸਾਂ ਵੀ ਚਾਹ ਪੀਣੀ ਹੈ ਤੇ ਅਸਾਂ ਵੀ ਐਂ ਕਰਕੇ ਕਹਿੰਦੇ ਨੇ ਤੇ ਅਸੀਂ ਰੋਟੀ ਖਾਣੀ ਹੈ। ਸਾਨੂੰ ਤੇ ਬੜਾ ਮਜ਼ਾ ਆਉਂਦਾ। ਅਗਰ ਬੱਚੇ ਕਿਧਰੇ ਚਲੇ ਜਾਣ ਨਾ, ਮੇਰੇ ਛੋਟੇ ਦੇਵਰ ਦੇ ਬੱਚੇ ਅਗਰ ਕਿਧਰੇ ਚਲੇ ਜਾਣ ਤੇ ਯਕੀਨ ਕਰੋ ਸਾਡਾ ਜਿਹੜਾ ਘਰ ਹੈ ਨਾ ਉਹ ਬੜਾ ਸੁੰਨਾ ਲੱਗਦਾ ਤੇ ਸਾਡਾ ਤੇ ਦਿਲ ਵੀ ਨਹੀਂ ਲੱਗਦਾ ਤੇ ਅਸੀਂ ਉਹਨਾਂ ਨੂੰ ਜਿਹੜਾ ਨਾ ਬੜਾ ਯਾਦ ਕਰੀਦਾ ਹੈ। ਤੇ ਅੱਲਾ ਦਾ ਸ਼ੁਕਰ ਹੈ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਜਦ ਤੱਕ ਜ਼ਿੰਦਗੀ ਹੈ ਮਿਲ ਜੁਲ ਕੇ ਰਹਿਣ। ਅੱਗੇ ਵੀ ਅੱਲਾ ਤਾਲਾ ਇਤਫਾਕ ਦੇਵੇ, ਇੰਝ ਹੀ ਰਹੀਏ। ਲੇਕਿਨ ਮੇਰੇ 2 ਦੇਵਰ ਜਿਹੜੇ ਨਾ ਜਵਾਨ ਹੀ ਫੌਤ ਹੋ ਗਏ ਨੇ ਤੇ ਬੜਾ ਉਹਨਾਂ ਦਾ ਦੁੱਖ ਹੈ, ਅਰਮਾਨ ਹੈ। ਬਹੁਤ ਚੰਗੇ ਸਨ, ਉਹਨਾਂ ਦੀ ਕਮੀ ਤੇ ਅਸੀਂ ਜਿਹੜੀ ਨਾ ਅਸੀਂ ਦੂਰ ਹੀ ਨਹੀਂ ਕਰ ਸਕਦੇ, ਉਹ ਬਹੁਤ ਹੀ ਯਾਦ ਆਉਂਦੇ ਨੇ। ਇਹ ਵੇਖੋ ਇੰਝ ਸੀ ਸਾਰੀ ਮੈਂ ਸਾਗ ਨੂੰ ਫਟਾਫਟ ਕੱਟ ਲਿਆ ਤੇ ਮੈਂ ਤੁਹਾਨੂੰ ਗੰਦਲ ਸਾਫ਼ ਕਰਨ ਦਾ ਤਰੀਕਾ ਵੀ ਦੱਸਦੀ ਹਾਂ ਕਿ ਦੇਖੋ ਜਿਹੜੀ ਉਹ ਗੰਦਲਾਂ ਮੈਂ ਸਾਰੀਆਂ ਇਕੱਠੀਆਂ ਕੀਤੀਆਂ ਸੀ ਉਹਨਾਂ ਨੂੰ ਛੁਰੀ ਨਾਲ ਜਾਂ ਤੁਸੀਂ ਹੱਥ ਦੇ ਨਾਲ ਉਹਨੂੰ ਇਸ ਤਰ੍ਹਾਂ ਕਰਕੇ ਛਿੱਲ ਸਕਦੇ ਹੋ। ਇਹ ਛਿੱਲਣਾ ਜਿਹੜੀਆਂ ਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਗਰ ਇਹ ਵਿੱਚ ਸਾਗ 'ਚ ਪੈ ਗਈਆਂ ਨਾ ਤੇ ਸਾਗ ਦੇ ਅੰਦਰ ਜਿਹੜਾ ਉਹ ਰੇਸ਼ਾ ਨਾ ਉਹ ਜਿਹੜਾ ਧਾਗੇ ਵਾਲਾ ਬਣੇਗਾ, ਯਾਨੀ ਕਿ ਉਹਦੇ ਅੰਦਰ ਜਾਲਾ ਜਿਹਾ ਆ ਜਾਏਗਾ ਤੇ ਸਾਗ ਜਿਹੜਾ ਸਵਾਦ ਵੀ ਨਹੀਂ ਬਣੇਗਾ। ਮੈਂ ਤੁਹਾਨੂੰ ਦੱਸਾਂਗੀ ਕਿ ਸਾਗ ਨੂੰ ਸਵਾਦ ਵੀ ਕਿੱਦਾਂ ਬਣਾਈਦਾ ਕਿ ਉਹਦੇ 'ਚ ਕਿਹੜੀ ਕਿਹੜੀ ਸ਼ੈਵਾਂ ਪਾਈ ਦੀਆਂ। ਇਸੇ ਤਰ੍ਹਾਂ ਦੇਖੋ ਇਹ ਮੈਂ ਸਾਰੀ ਜਿਹੜੀਆਂ ਗੰਦਲਾਂ ਨੇ ਇਹ ਜਿਹੜੀ ਇਸ ਤਰ੍ਹਾਂ ਅਸੀਂ ਤੋੜ ਕੇ ਵੇਖਾਂਗੇ, ਅਗਰ ਟੱਕ ਦੀ ਆਵਾਜ਼ ਆਏਗੀ ਨਾ ਵਿੱਚੋਂ ਵਾਈਟ ਵਾਈਟ ਜਿਹੜਾ ਦਾਣਾ ਹੁੰਦਾ ਤੇ ਸਮਝ ਲਓ ਉਹ ਗੰਦਲ ਹੈ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਛਿੱਲੋ ਤੇ ਬੜੀ ਆਸਾਨੀ ਨਾਲ ਛਿੱਲ ਜਾਂਦੀ। ਬੱਚੇ ਵੀ ਬੜੇ ਜਿਹੜੇ ਨਾ ਸ਼ੌਕ ਨਾਲ ਛਿੱਲ ਲੈਂਦੇ ਨੇ। ਜਦੋਂ ਅਸੀਂ ਸਾਗ ਬਣਾਈਦਾ ਨਾ ਤੇ ਬੱਚੇ ਨਾਲ ਬਹਿ ਜਾਂਦੇ ਨੇ ਤੇ ਉਹ ਵੀ ਛਿੱਲਦੇ ਨੇ, ਮਟਰ ਵੀ ਛਿੱਲਦੇ ਨੇ ਤੇ ਨਾਲ ਜਿਹੜੇ ਛੋਟੀ ਛੋਟੀ ਸ਼ੈਵਾਂ ਹੁੰਦੀਆਂ ਨਾ ਤੇ ਉਹ ਵੀ ਨਾਲ ਸਵਾਰਦੇ ਨੇ। ਜਿਸ ਤਰ੍ਹਾਂ ਧਨੀਆ ਸਵਾਰ ਲਿਆ ਜਾਂ ਫਿਰ ਸਾਗ ਨਾਲ ਬਣਾ ਲਿਆ ਤੇ ਮਟਰ ਤੇ ਬਹੁਤ ਹੀ ਸ਼ੌਕ ਨਾਲ ਛਿੱਲਦੇ ਨੇ, ਨਾਲ ਖਾਂਦੇ ਵੀ ਨੇ। ਉਹਨਾਂ ਨੂੰ ਬੜਾ ਇਹ ਜਿਹੜੀ ਦੇਖੋ ਇਹ ਨਰਮ ਹੈ ਨਾ, ਇਹ ਨਹੀਂ ਟੁੱਟਦੀ ਤੇ ਇਹ ਬਿਲਕੁਲ ਨਰਮ ਹੈ। ਇਹ ਜਿਹੜੀ ਤੁਸੀਂ ਪੂਰੀ ਸਾਗ ਦੇ ਅੰਦਰ ਪਾ ਸਕਦੇ ਹੋ। ਇਹ ਟੁੱਟ ਗਈ ਹੈ ਤੇ ਇਹ ਇਹਨੂੰ ਅਸੀਂ ਛਿੱਲਾਂਗੇ ਤੇ ਸਾਗ ਦੇ ਅੰਦਰ ਪਾਵਾਂਗੇ। ਇਸੇ ਤਰ੍ਹਾਂ ਜਿਹੜਾ ਨਾ ਤੁਸੀਂ ਸਾਗ ਨੂੰ ਸਾਰਾ ਸਵਾਰਨਾ ਜਦੋਂ ਵੀ ਤੁਸੀਂ ਸਰਸੋਂ ਦਾ ਸਾਗ ਬਣਾਉਣਾ। ਮੈਨੂੰ ਤੇ ਸਰਸੋਂ ਦਾ ਸਾਗ ਜ਼ਿਆਦਾ ਅੱਛਾ ਲੱਗਦਾ, ਗੋਭੀ ਦਾ ਮੈਨੂੰ ਮਜ਼ਾ ਨਹੀਂ ਕਰਦਾ। ਮੈਂ ਜਦੋਂ ਵੀ ਬਣਾਉਂਦੀ ਹਾਂ ਸਰਸੋਂ ਦਾ ਸਾਗ ਬਣਾਉਂਦੀ ਹਾਂ। ਦੇਖੋ ਇਹ ਸਾਰੀ ਗੰਦਲਾਂ ਇੰਝ ਮੈਂ ਕਰਕੇ ਛਿੱਲ ਲਈਆਂ ਤੇ ਇਹਨੂੰ ਵੀ ਮੈਂ ਇੰਝ ਹੀ ਕੱਟਾਂਗੀ ਜਿਸ ਤਰ੍ਹਾਂ ਮੈਂ ਸਾਗ ਦੇ ਪੱਤੇ ਕੱਟੇ ਸੀ ਕਿ ਇਹਨੂੰ ਸਾਰਿਆਂ ਨੂੰ ਇਕੱਠੇ ਕੀਤਾ ਤੇ ਇਹਦੇ ਅੰਦਰ ਰਬੜ ਚਾੜ ਦਿੱਤੀ, ਇੱਕ ਗੱਠੀ ਜੀ ਬਣਾ ਲਈ। ਫਿਰ ਬੜੀ ਈਜ਼ੀਲੀ ਆਸਾਨੀ ਨਾਲ ਕੱਟ ਜਾਂਦੀ ਹੈ ਤੇ ਮੋਟੀ ਕੱਟੋ ਜਾਂ ਛੋਟੀ ਕੱਟੋ। ਇਹ ਦੇਖੋ ਕਿਸ ਤਰ੍ਹਾਂ ਆਸਾਨੀ ਨਾਲ ਜਿਹੜੀ ਨਾ ਗੰਦਲ ਕੱਟੀ ਜਾ ਰਹੀ ਹੈ ਤੇ ਜਦੋਂ ਰਬੜ ਨਜ਼ਦੀਕ ਆਵੇ ਉਹਨੂੰ ਪਿੱਛੇ ਨੂੰ ਕਰ ਲਓ ਤੇ ਫਿਰ ਦੁਬਾਰਾ ਜਿਹੜਾ ਇਹਨੂੰ ਕੱਟ ਲਓ। ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਵੀ ਕਿ ਇੰਝ ਹੀ ਸਾਗ ਬਣਾਉਂਦੇ ਸਨ ਤੇ ਤੁਹਾਡੀ ਮਾਂ ਜਾਂ ਤੁਹਾਡੀ ਦਾਦੀ ਵੀ ਇੱਦਾਂ ਹੀ ਬਣਾਉਂਦੀ ਸੀ ਤੇ ਯਕੀਨਨ ਤੁਸੀਂ ਵੀ ਇੰਝ ਹੀ ਬਣਾਉਂਦੇ ਹੋਣੇ। ਮੇਰੀ ਅੰਮੀ ਤੇ ਇੰਝ ਹੀ ਬਣਾਉਂਦੇ ਸੀ।
ਫਿਰ ਅਸੀਂ ਆਪਣੀ ਸੱਸ ਨੂੰ ਵੀ ਵੇਖਿਆ, ਜਦੋਂ ਸ਼ਾਦੀ ਹੋਈ ਨਾ ਤੇ ਅਸੀਂ ਸਸੁਰਾਲ 'ਚ ਆ ਕੇ ਸਾਗ ਬਣਾਉਣਾ ਸ਼ੁਰੂ ਕੀਤਾ। ਤੁਸੀਂ ਯਕੀਨ ਕਰੋ, ਜਿਹੜੇ ਮੇਰੇ ਸਸੁਰ ਸਨ ਨਾ, ਉਹ ਗੰਦਲਾਂ ਸਾਰੀਆਂ ਛਿਲਦੇ ਸਨ ਤੇ ਬੜਾ ਸਾਨੂੰ ਸ਼ਰਮ ਵੀ ਆਉਂਦੀ ਸੀ ਇਹ ਛਿਲੇ, ਲੇਕਿਨ ਉਹਨਾਂ ਨੂੰ ਆਦਤ ਸੀ। ਉਹ ਕਹਿੰਦੇ ਸੀ, ਪੁੱਤਰ ਮੈਨੂੰ ਦਵੋ, ਲੈ ਮੈਂ ਛਿਲ ਦੇਵਾਂ। ਬੋਲਦੇ ਤੇ ਉਰਦੂ ਸਨ, ਲੇਕਿਨ ਮੈਂ ਸਾਗ ਦੀ ਵਜ੍ਹਾ ਨਾਲ ਤੁਹਾਡੇ ਨਾਲ ਪੰਜਾਬੀ ਸ਼ੇਅਰ ਕਰ ਰਹੀ ਹਾਂ। ਮੈਨੂੰ ਇੰਨੀ ਪੰਜਾਬੀ ਨਹੀਂ ਆਉਂਦੀ ਤੇ ਅਸੀਂ ਜਿਹੜਾ ਨਾ ਜ਼ਰਾ ਗੁਲਾਬੀ ਉਰਦੂ ਹੀ ਬੋਲੀ ਦੀ ਹੈ, ਲੇਕਿਨ ਕੋਸ਼ਿਸ਼ ਕਰੀ ਦੀ ਹੈ ਕਿ ਜ਼ਰਾ ਠੇਸ ਪੰਜਾਬੀ ਬੋਲੀਏ ਜਾਂ ਫਿਰ ਉਰਦੂ ਬੋਲੀਏ। ਦੇਖੋ, ਸਾਰਾ ਸਾਗ ਮੈਂ ਕੱਟ ਲਿੱਤਾ ਸੀ, ਫਿਰ ਉਹਨੂੰ ਲਿਆ ਮੈਂ ਬਰਤਨ ਦੇ ਅੰਦਰ, ਜਿਹੜਾ ਮੈਂ ਸਾਗ ਪਾ ਲਿੱਤਾ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਇਹਨੂੰ ਕਿੰਝ ਧੋਵਾਂਗੇ ਫਟਾਫਟ, ਕਿ ਟਾਈਮ ਹੀ ਨਹੀਂ ਲੱਗਣਾ ਤੇ ਸਾਡੇ ਹੱਥ ਜਿਹੜੇ ਨਾ ਉਹ ਸੁੱਕੇ ਦੇ ਸੁੱਕੇ ਹੋਣਗੇ ਤੇ ਜਿਹੜਾ ਇਹਦੇ ਅੰਦਰ ਉਹ ਰੇਤ ਹੋਏਗਾ ਉਹ ਵੀ ਨਿਕਲ ਜਾਏਗਾ, ਬਿਲਕੁਲ ਵੀ ਟਾਈਮ ਨਹੀਂ ਲੱਗੇਗਾ। ਦੇਖੋ, ਇਹ ਮੈਂ ਪਾ ਲਿੱਤਾ ਇਹਨੂੰ ਉਹਦੇ ਅੰਦਰ, ਵੱਡੇ ਦੇਚਕੇ ਦੇ ਅੰਦਰ, ਤੇ ਫਿਰ ਮੈਂ ਇਹਦੇ ਅੰਦਰ ਕਾਫੀ ਸਾਰਾ ਪਾਣੀ ਪਾਵਾਂਗੀ। ਤੁਸੀਂ ਇੰਝ ਕਰਨਾ, ਅਗਰ ਜ਼ਿਆਦਾ ਤੁਹਾਡਾ ਸਾਗ ਹੈ ਨਾ, ਉਹਨੂੰ 2-3 ਵੱਡੇ ਬਰਤਨਾਂ ਦੇ ਅੰਦਰ ਪਾ ਦੇਣਾ, ਫਿਰ ਉਹਦੇ ਅੰਦਰ ਪਾਣੀ ਪਾਣਾ ਤੇ 10 ਮਿੰਟ ਲਈ ਉਹਨੂੰ ਛੋੜ ਦੇਣਾ। 10 ਮਿੰਟ ਤੋਂ ਬਾਅਦ ਜਿਹੜਾ ਹਲਕੇ ਜਿਹੜਾ ਚਮਚ ਜਿਹਾ ਮਾਰਨਾ, ਸਾਗ ਨੂੰ ਕਰਨਾ ਉੱਤੇ ਥੱਲੇ। 10 ਮਿੰਟ ਜਿਹੜਾ ਸਾਗ ਤੁਹਾਡਾ ਜਿਹੜਾ ਨਾ ਅਲੱਗਾ ਪਿਆ ਹੋਵੇ ਪਾਣੀ ਦੇ ਅੰਦਰ, ਡਿਪ ਕੀਤਾ ਹੋਇਆ, ਫਿਰ ਇੱਕ ਛੰਨਾ ਲੈਣਾ, ਛੰਨੇ ਦੀ ਮਦਦ ਨਾਲ ਤੁਸੀਂ ਸਾਗ ਨੂੰ ਉਹਦੇ ਅੰਦਰੋਂ ਕੱਢਣਾ। ਇਹ ਤੇ ਮੈਂ ਤੁਹਾਨੂੰ ਦਿਖਾਇਆ ਹੈ ਨਾ ਕਿ ਇਸ ਤਰ੍ਹਾਂ ਅਸੀਂ ਕਰਨਾ ਹੈ, ਤੇ ਮੈਂ ਤੁਹਾਨੂੰ ਤਰੀਕਾ ਵੀ ਦੱਸਾਂਗੀ ਕਿ ਥੋੜ੍ਹੇ ਸਾਗ ਨੂੰ ਜਿਹੜਾ 3-4 ਬਰਤਨਾਂ ਦੇ ਅੰਦਰ ਪਾ ਕੇ ਤੇ ਉਹਨੂੰ 10 ਮਿੰਟ ਲਈ ਤੁਸੀਂ ਰੱਖ ਦਿਓ ਤੇ ਤੁਹਾਡਾ ਹੱਥ ਵੀ ਸੁੱਕਾ ਰਹੇਗਾ ਔਰ ਸਾਗ ਵੀ ਸਾਫ਼ ਹੋ ਜਾਏਗਾ। ਇਹ ਦੇਖੋ, ਇਹ ਥੋੜ੍ਹਾ ਜਿਹਾ ਸਾਗ ਮੈਂ ਪਾਇਆ ਕੀ ਨਾਮ ਦੇਚਕੇ ਦੇ ਅੰਦਰ, ਤੇ ਫਿਰ ਇਹਦੇ ਅੰਦਰ ਪਾਣੀ ਪਾਤਾ, 10 ਮਿੰਟ ਛੋੜ ਤੇ 10 ਮਿੰਟ ਵਾਸਤੇ ਮੈਂ ਇਹਨੂੰ ਛੱਡ ਦਿੱਤਾ ਸੀ। 10 ਮਿੰਟ ਦੇ ਬਾਅਦ ਮੈਂ ਛੰਨਾ ਲਿੱਤਾ ਤੇ ਛੰਨੇ ਦੀ ਮਦਦ ਦੇ ਅੰਦਰੋਂ ਜਿਹੜਾ ਨਾ ਮੈਂ ਸਾਗ ਕੱਢਦੀ ਰਹੀ ਹਾਂ ਨਾਲ, ਤੇ ਤੁਸੀਂ ਯਕੀਨ ਕਰੋ ਕਿ ਟਾਈਮ ਬਿਲਕੁਲ ਵੀ ਨਹੀਂ ਲੱਗਿਆ ਤੇ ਮੈਂ 10 ਤੋਂ 15 ਕਿਲੋ ਸਾਗ ਜਿਹੜਾ ਨਾ ਅਸੀਂ 2 ਜਣਿਆਂ ਨੇ ਧੋਤਾ ਤੇ ਬਿਲਕੁਲ ਟਾਈਮ ਹੀ ਨਹੀਂ ਲੱਗਾ। ਇਹ ਦੇਖੋ, ਹੱਥ ਵੀ ਮੇਰਾ ਸਾਫ਼ ਹੈ ਤੇ ਵਿੱਚ ਜਿਹੜਾ ਰੇਤ ਹੈ ਨਾ ਉਹ ਵਿੱਚ ਰਹਿ ਗਿਆ, ਤੇ ਸਾਗ ਮੇਰਾ ਜਿਹੜਾ ਹੋ ਗਿਆ ਬਿਲਕੁਲ ਸਾਫ਼ ਸੁਥਰਾ। ਇਹ ਦੇਖੋ, ਸਾਰਾ ਸਾਗ ਸਾਫ਼ ਹੋਇਆ, ਕੱਲਾ ਪਤਾ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਕਿ ਮੈਂ ਕਿਸ ਤਰ੍ਹਾਂ ਜਿਹੜਾ ਨਾ ਮਿੰਟਾਂ 'ਚ ਸਾਗ ਕੱਟਿਆ ਤੇ ਉਹਨੂੰ ਧੋਤਾ, ਤੇ ਹੱਥ ਵੀ ਮੇਰੇ ਜਿਹੜੇ ਨਾ ਸੁੱਕੇ ਦੇ ਸੁੱਕੇ ਨੇ। ਮੈਨੂੰ ਤੁਹਾਡੇ ਨਾਲ ਗੱਲਾਂ ਕਰਦੇ ਸਾਰਾ ਸਾਗ ਮੈਂ ਧੋ ਲਿੱਤਾ ਤੇ ਟਾਈਮ ਵੀ ਬਿਲਕੁਲ ਵੀ ਨਹੀਂ ਲੱਗਿਆ, ਸਿਰਫ 10 ਮਿੰਟ ਲੱਗੇ ਨੇ ਤੇ ਸਾਰਾ ਸਾਗ ਜਿਹੜਾ ਮੈਂ ਧੋ ਲਿੱਤਾ ਤੇ ਹੱਥ ਵੀ ਮੇਰੇ ਦੇਖੋ ਸੁੱਕੇ ਦੇ ਸੁੱਕੇ ਨੇ। ਮੈਨੂੰ ਉਮੀਦ ਹੈ ਅੱਜ ਤੁਹਾਨੂੰ ਮੇਰਾ ਸਾਗ ਕੱਟਣ ਦਾ, ਧੋਣ ਦਾ ਤੇ ਗੰਦਲਾ ਬਣਾਉਣ ਦਾ ਤਰੀਕਾ ਵੀ ਚੰਗਾ ਲੱਗਿਆ ਹੋਵੇਗਾ। ਨਾਲ ਜਿਹੜੀਆਂ ਮੈਂ ਤੁਹਾਡੇ ਨਾਲ ਜੁਆਇੰਟ ਫੈਮਿਲੀ ਦੀ ਗੱਲਾਂ ਸ਼ੇਅਰ ਕੀਤੀਆਂ ਨੇ, ਉਹਨਾਂ 'ਤੇ ਜ਼ਰੂਰ ਅਮਲ ਕਰਿਆ ਜੇ ਤੇ ਬਿਲਕੁਲ ਤੁਹਾਡੀ ਜ਼ਿੰਦਗੀ ਵੀ ਸਕੂਨ ਦੀ ਗੁਜ਼ਰੇਗੀ ਔਰ ਖੁਸ਼ਹਾਲ ਗੁਜ਼ਰੇਗੀ। ਅਗਰ ਅੱਜ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤੇ ਮੇਰੀ ਗੱਲਾਂ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਬਹੁਤ ਸੋਹਣਾ ਜਿਹਾ ਕਮੈਂਟਸ ਦੇਣਾ, ਤਾਂ ਕਿ ਮੇਰੀ ਹੌਸਲਾ ਅਫਜ਼ਾਈ ਹੋਵੇ। ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ ਤੇ ਦੁਆਵਾਂ 'ਚ ਮੈਨੂੰ ਵੀ ਯਾਦ ਰੱਖਣਾ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਤੇ ਉਦੋਂ ਤੱਕ ਅੱਲਾ ਹਾਫਿਜ਼।